ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੈ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਮੰਨੇ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਜਿਹੜੀ ਕਥਾ ਚੱਲ ਰਹੀ ਆ ਜਪਜੀ ਸਾਹਿਬ ਦੀ 15ਵੀਂ ਪੌੜੀ ਦੀ, ਕਿ ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਕੱਲ੍ਹ ਆਪਾਂ ਪਰਵਾਰੇ ਸਾਧਾਰ ਦੀ ਵਿਆਖਿਆ ਕੀਤੀ ਸੀ, ਅੱਜ ਉਹਦੀ ਗਾਂ ਥੋੜ੍ਹੀ ਹੋਰ ਵਿਆਖਿਆ ਕਰਨੀ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ ਦੋ ਤਰ੍ਹਾਂ ਦਾ ਪਰਿਵਾਰ ਵਾ। ਇੱਕ ਤੇ ਪਰਿਵਾਰ ਬਾਹਰ ਧੀਆਂ ਪੁੱਤ ਭੈਣ ਭਾਈ ਜੋ ਵੀ ਆ, ਇਹ ਦਿਸਦਾ ਪਰਿਵਾਰ ਵਾ। ਇੱਕ ਅਣਦਿਸਦਾ ਪਰਿਵਾਰ ਵਾ, ਉਹ ਬੰਦੇ ਦੀ ਮੱਤ ਵਾ, ਬੰਦੇ ਦੇ ਨੇਤਰ ਨੇ, ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਜਿਹੜਾ ਜਦੋਂ ਪਰਿਵਾਰ ਮਾੜਾ ਮਿਲ ਜੇ ਨਾ, ਕਿਸੇ ਨੇ ਵਿਆਹ ਕਰਾਇਆ ਅਤੇ ਪਤੀ ਮਾੜਾ ਮਿਲ ਜੇ ਜਾਂ ਪਤਨੀ ਮਾੜੀ ਮਿਲ ਜੇ ਤਾਂ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬੜਾ ਮੁਸ਼ਕਿਲ ਬਣ ਜਾਂਦੀ ਜ਼ਿੰਦਗੀ ਨੂੰ ਚਲਾਉਣਾ, ਅਗਰ ਦੋਵਾਂ ਵਿੱਚੋਂ ਇੱਕ ਠੀਕ ਨਾ ਹੋਵੇ ਤਾਂ। ਇਸੇ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਵੀ ਅਗਰ ਬੰਦੇ ਨੂੰ ਮੱਤ ਸਹੀ ਨਾ ਮਿਲੇ, ਫਿਰ ਜ਼ਿੰਦਗੀ 'ਚ ਬੜੀਆਂ ਖੁਆਰੀਆਂ ਹੁੰਦੀਆਂ ਨੇ, ਬੜੀਆਂ ਬੜੀਆਂ ਕਤਲੋਗਾਰਤ ਹੋ ਜਾਂਦੇ ਨੇ, ਬੜੇ ਬੜੇ ਉਪੱਦਰ ਹੋ ਜਾਂਦੇ ਨੇ, ਸਜ਼ਾਵਾਂ ਭੋਗਦੇ ਨੇ ਲੋਕ, ਕੈਦੀ ਹੋ ਜਾਂਦੇ ਨੇ, ਜੇਲ੍ਹਾਂ ਭੋਗਦੇ ਨੇ। ਕਾਰਨ ਪਿੱਛੇ ਮੱਤ ਭੈੜੀ ਹੈ। ਭੈੜੀ ਮੱਤ ਵਿੱਚੋਂ ਹੀ ਝਗੜੇ ਕਲੇਸ਼ ਨਿਕਲਣੇ ਨੇ। ਜੇ ਮੱਤ ਸ੍ਰੇਸ਼ਟ ਵਾ, ਉਤਮ ਮੱਤ ਮੇਰੇ ਹਿਰਦੇ ਤੂੰ ਆਵੋ, ਫਿਰ ਕੋਈ ਕਲੇਸ਼ ਨਹੀਂ, ਕੋਈ ਮੁਸ਼ਕਲ ਨਹੀਂ। ਘਰ ਵਾਲੀ ਠੀਕ ਆ, ਬੱਚੇ ਠੀਕ ਨੇ, ਸਾਰਾ ਠੀਕ ਆ, ਬੜੀ ਸੁੱਖ ਦੀ ਜ਼ਿੰਦਗੀ ਆ। ਘਰ ਵਾਲੀ ਵੀ ਠੀਕ ਨਹੀਂ, ਗਾਂ ਔਲਾਦ ਵੀ ਗੰਦੀ ਜੰਮੀ, ਅਤੇ ਜ਼ਿੰਦਗੀ ਨਰਕ ਬਣ ਜਾਏਗੀ। ਹੁਣ ਕਬੀਰ ਸਾਹਿਬ ਦਾ ਪਰਿਵਾਰ ਠੀਕ ਨਹੀਂ ਹੈ, ਅਤੇ ਮਹਾਰਾਜ ਕਹਿੰਦੇ ਮੰਨੇ ਪਰਵਾਰੇ ਸਾਧਾਰ। ਪਰਿਵਾਰ ਸੁਧਰ ਜਾਂਦਾ, ਕਬੀਰ ਦਾ ਤਾਂ ਸੁਧਰਿਆ ਹੀ ਨਹੀਂ। ਬੜੇ ਬੜੇ ਮਹਾਂਪੁਰਖਾਂ ਦੇ ਜੀਵਨ ਅਸੀਂ ਵੇਖਦੇ ਹਾਂ, ਪਰਿਵਾਰ ਨੇ ਕੋਈ ਸੰਯੋਗ ਨਹੀਂ ਦਿੱਤਾ। ਕੋਈ ਬੱਚਾ ਧਨ ਕਮਾਉਣ ਵਾਸਤੇ ਜਾਵੇ ਤਾਂ ਪਰਿਵਾਰ ਬੜਾ ਸੰਯੋਗ ਦਿੰਦਾ ਹੈ, ਪਰ ਕੋਈ ਧਰਮ ਕਮਾਉਣ ਲੱਗ ਪਏ ਤਾਂ ਪਰਿਵਾਰ ਦੇ ਸਾਰੇ ਹੀ ਪਿੱਛੇ ਹਟ ਜਾਂਦੇ ਨੇ। ਕਿਉਂ? ਕਿ ਇਹ ਜਗ ਮੀਤ ਨਾ ਦੇਖਿਓ ਕੋਈ, ਆਪਣੇ ਹੀ ਸੁਖ ਸੋ ਸਭ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਕਿਉਂ ਛੱਡਤਾ ਉਸ ਬੰਦੇ ਨੂੰ ਜਿਹੜਾ ਧਰਮ ਕਮਾਉਣ ਲੱਗ ਪਏ ਸਾਰਿਆਂ ਨੇ? ਉਹਦੇ ਕੋ ਧਨ ਨਹੀਂ ਹੈ। ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ।
ਤੇ ਜਿੱਦਣ ਧਨ ਕੋਲ ਆ ਗਿਆ ਤੇ ਚੌਂ ਦਸੇ ਆਲੇ ਦੁਆਲੇ ਆਣ ਕੇ ਬਹਿ ਜਾਂਦੇ ਨੇ ਸਾਰੇ, ਫਿਰ ਬੜੇ ਹਾਲ ਚਾਲ ਪੁੱਛਦੇ ਨੇ। ਤੇ ਜਦੋਂ ਕੋਈ ਇਹਦਾ ਦੀਵਾਲੀਆ ਨਿਕਲ ਜਾਵੇ ਫਿਰ ਨਹੀਂ ਕੋਈ ਪੁੱਛਦਾ। ਕਬੀਰ ਸਾਹਿਬ ਦਾ ਪਰਿਵਾਰ ਨਹੀਂ ਸੁਧਰਿਆ, ਪਰ ਉਹਨਾਂ ਨੇ ਇੱਕ ਪਰਿਵਾਰ ਦੇ ਸੁਧਰਨ ਦਾ ਜ਼ਿਕਰ ਕੀਤਾ ਕਿ ਮੇਰਾ ਪਰਿਵਾਰ ਸੁਧਰ ਗਿਆ ਹੈ। ਉਹ ਕਿਸ ਤਰ੍ਹਾਂ ਸੁਧਰਿਆ? ਉਹ ਬਾਹਰੀ ਪਰਿਵਾਰ ਨਹੀਂ ਹੈ। ਅਗਰ ਬਾਹਰੀ ਪਰਿਵਾਰ ਭੈੜਾ ਹੋਵੇ ਤੇ ਮੁਸ਼ਕਿਲਾਂ ਤੇ ਆਉਂਦੀਆਂ, ਅਗਰ ਅੰਦਰਲਾ ਪਰਿਵਾਰ ਸਾਡਾ ਮਤ, ਬੁੱਧ, ਸੁਰਤ, ਹਾਂਜੀ, ਇਹ ਸਾਡੀਆਂ ਸਹੀ ਹੋ ਜਾਣ ਤਾਂ ਫਿਰ ਬਾਹਰੀ ਮੁਸ਼ਕਿਲਾਂ ਨੂੰ ਬੰਦਾ ਝੱਲ ਲੈਂਦਾ ਹੈ। ਅਤੇ ਬਾਹਰੀ ਵੀ ਪਰਿਵਾਰ ਮਾੜਾ ਹੈ ਅਤੇ ਆਪਣਾ ਅੰਦਰ ਦਾ ਪਰਿਵਾਰ ਵੀ ਮਾੜਾ, ਤਾਂ ਫਿਰ ਤਾਂ ਬਹੁਤ ਵੱਡੀ ਮੁਸ਼ਕਿਲ ਬਣ ਜਾਏਗੀ। ਕਬੀਰ ਸਾਹਿਬ ਨੇ ਆਸਾ ਰਾਗ ਦੇ ਅੰਦਰ ਦੋਵਾਂ ਪਰਿਵਾਰਾਂ ਦਾ ਜ਼ਿਕਰ ਕੀਤਾ ਹੈ। ਪਹਿਲੋਂ ਮਾੜਾ ਸੀ, ਫਿਰ ਮੰਨੇ ਪਰਿਵਾਰੇ ਸਾਧਾਰ, ਮੇਰਾ ਪਰਿਵਾਰ ਸੁਧਰ ਗਿਆ। ਪਹਿਲੀ ਕਰੂਪ ਕਹਿੰਦੇ ਕਬੀਰ ਦੇ 2 ਵਿਆਹ ਸਨ। ਜਿੱਦਾਂ ਹੁਣ ਉਹ ਮੁੱਖ ਮੰਤਰੀ ਨੇ ਇੱਕ ਛੱਡ ਕੇ ਦੂਜੀ ਵਿਆਹ ਲਈ ਹੈ, ਇਹ ਹੁੰਦਾ ਹੈ। ਰਾਜੇ ਮਹਾਰਾਜੇ ਅਮੀਰ ਲੋਕਾਂ ਦੇ ਚੋਜ ਹੁੰਦੇ ਨੇ, ਕਹਿੰਦੇ ਜਿਹਦੇ ਕੋਠੀ ਦਾਣੇ ਉਹਦੇ ਕੰਬਲੇ ਵੀ ਸਿਆਣੇ ਹੁੰਦੇ ਨੇ। ਲੋਕੀ ਧਨ ਨੂੰ ਪੂਜਦੇ ਨੇ, ਲੋਕੀ ਪਦਵੀਆਂ ਨੂੰ ਪੂਜਦੇ ਨੇ, ਇਨਸਾਨੀਅਤ ਨੂੰ ਨਹੀਂ ਕੋਈ ਪੂਜਦਾ। ਕਬੀਰ ਸਾਹਿਬ ਕਹਿੰਦੇ, ਲੋਕੀ ਕਹਿੰਦੇ ਕਬੀਰ ਦੇ 2 ਵਿਆਹ ਸੀ। ਨਹੀਂ ਨਹੀਂ, 2 ਵਿਆਹ ਨਹੀਂ, ਵਿਆਹ ਤਾਂ ਉਹਨਾਂ ਦਾ ਇੱਕੋ ਹੀ ਸੀ, ਸ਼ਾਇਦ ਉਹ ਵੀ ਨਹੀਂ ਸੀ। ਨਹੀਂ, ਉਹ ਜਿਹੜਾ ਕਹਿੰਦੇ ਕਮਾਲਾ ਕਮਾਲੀ, ਉਹ ਐਵੇਂ ਲੋਕਾਂ ਨੇ ਨਾਂ ਘੜੇ ਨੇ ਕੋਲੋਂ ਹੀ। ਕਬੀਰ ਉਪਜਿਓ ਪੂਤ ਕਮਾਲ, ਜਿਹੜਾ ਉਹਦਾ ਸ਼ਲੋਕ ਜਿਹਾ ਆਉਂਦਾ, ਉਹਦਾ ਅਰਥ ਲੈ ਕੇ ਅਰਥ ਕਰਦੇ ਨੇ। ਕਬੀਰ ਬੂਢਾ ਬੰਸ ਕਬੀਰ ਕਾ, ਮੇਰੀ ਅੰਸ ਬੰਸ ਔਲਾਦ ਡੁੱਬ ਗਈ, ਮੇਰਾ ਪਰਿਵਾਰ ਹੀ ਡੁੱਬ ਗਿਆ। ਕੱਲ੍ਹ ਤਾਂ ਕਹਿੰਦੇ ਸੀ ਸਭ ਪਰਿਵਾਰ ਚੜ੍ਹਾਇਆ ਬੇੜੇ, ਦੀਨ ਦਿਆਲ ਭਰੋਸੇ ਤੇਰੇ, ਤੇ ਅੱਜ ਕਹਿੰਦੇ ਡੁੱਬ ਗਿਆ, ਮੇਰਾ ਪਰਿਵਾਰ ਹੀ ਡੁੱਬ ਗਿਆ। ਰਾਮ ਦੇ ਬੇੜੇ 'ਤੇ ਚੜ੍ਹਿਆ ਹੋਇਆ ਪਰਿਵਾਰ ਕਿਵੇਂ ਡੁੱਬ ਸਕਦਾ ਹੈ? ਮੱਖਣ ਸ਼ਾਹ ਥੋੜ੍ਹਾ ਡੁੱਬ ਸਕਦਾ ਹੈ। ਮੱਖਣ ਸ਼ਾਹ ਦੇ ਬੇੜੇ ਥੋੜ੍ਹਾ ਡੁੱਬਦੇ ਹੁੰਦੇ, ਦੁਨੀਆ 'ਤੇ ਡੁੱਬ ਜਾਣ, ਮੱਖਣ ਸ਼ਾਹ ਤਾਂ ਥੋੜ੍ਹਾ ਡੁੱਬਣਾ ਬੇੜਾ। ਕੱਲ੍ਹ ਕਹਿੰਦੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ, ਤੇ ਅੱਜ ਕਹਿੰਦੇ ਨੇ ਬੂਢਾ ਬੰਸ ਕਬੀਰ ਕਾ, ਮੇਰਾ ਬੰਸ ਹੀ ਡੁੱਬ ਗਿਆ, ਮੇਰਾ ਖਾਨਦਾਨ ਹੀ ਡੁੱਬ ਗਿਆ। ਕਿਉਂ ਡੁੱਬ ਗਿਆ? ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਸੀ ਅਤੇ ਪੁੱਤ ਬੜਾ ਮਾੜਾ ਨਿਕਲਿਆ। ਨਹੀਂ 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 ਨਹੀਂ, ਇਸ ਤਰ੍ਹਾਂ ਨਹੀਂ ਹੈ। ਉਪਜਿਓ ਪੂਤ ਕਮਾਲ, ਇਹ ਮਨ ਇੱਕ ਬੜਾ ਹੀ ਕਮਾਲ ਪੁੱਤ ਵਾ। ਤੂੰ ਤੇ ਫਲਾਣਿਆ ਕਮਾਲ ਕਰਤੀ। ਜਿਹੜੇ ਬਹੁਤੇ ਚਮਤਕਾਰ ਦਿਖਾਏ ਉਹਨੂੰ ਕਮਾਲ ਕਹਿੰਦੇ ਨੇ। ਇਹ ਮਨ ਬੜਾ ਹੀ ਕਮਾਲ ਵਿਖਾਉਂਦਾ ਹੈ, ਬੜੀਆਂ ਕਮਾਲ ਕਰਦਾ ਹੈ। ਤਾਂ ਬੜੇ ਮਿੱਠੂ ਰਾਮ ਵਾਂਗ ਪਤਾ ਨਹੀਂ ਇੱਕ ਇੱਟ ਲੱਭ ਜੇ ਤੇ ਵੱਡੀਆਂ ਵੱਡੀਆਂ ਕੋਠੀਆਂ ਉਸਾਰ ਬਹਿੰਦਾ ਹੈ। ਤਾਂ ਜਦੋਂ ਕੋਈ ਥੋੜ੍ਹੀ ਬਹੁਤੀ ਸਾਧਨਾ ਕਰਦਾ ਉਹਨੂੰ ਪਤਾ ਲੱਗਦਾ ਕਿ ਇਹ ਮਨ ਕੀ ਹੈ, ਅੰਦਰੋਂ ਕਿੱਦਾਂ ਦੀਆਂ ਇਹ ਕਮਾਲ ਕਰ ਕਰਕੇ ਦਿਖਾਉਂਦਾ। ਫਿਰ ਇਹ 2 ਕੁ ਦਿਨ ਤਾਂ ਬੜਾ ਪਾਠ ਪੂਜਾ ਜਦੋਂ ਨਵਾਂ ਲੱਗਦਾ ਨਾ, ਬੜੇ ਚਾਅ ਨਾਲ ਕਰਦਾ ਹੈ, ਮਹੀਨਾ 2 ਮਹੀਨੇ। ਮੁੜ ਕੇ ਜਦੋਂ ਅੜੀ ਕਰ ਜਾਂਦਾ ਨਾ, ਫਿਰ ਪਿਛਾਂਹ ਨੂੰ ਬੜਾ ਦੌੜਦਾ। ਫਿਰ ਆਉਂਦੇ ਨੇ ਘੋੜੇ ਨੂੰ ਟਾਂਗੇ ਅੱਗੇ ਜੋਇਆ ਅਤੇ ਘੋੜਾ ਭਜਾ ਕੇ ਲੈ ਗਿਆ ਟਾਂਗਾ, ਕੋਈ 2-4 ਮੀਲ ਤੁਰਿਆ ਅਤੇ ਮੁੜ ਕੇ ਅੜੀ ਕਰ ਗਿਆ ਨਾ ਘੋੜਾ ਫਿਰ ਬੈਕ ਹੀ ਭਜਾ ਲਿਆਉਂਦਾ, ਬੈਕ ਕਰੀ ਜਾਵੇ ਟਾਂਗੇ ਨੂੰ। ਇੱਦਾਂ ਦੀ ਮਨ ਦੀ ਹਾਲਤ। ਨਵਾਂ ਥੋੜ੍ਹਾ ਤਾਂ ਬੜੇ ਚਾਅ ਨਾਲ ਲੱਗਦਾ ਹੈ, ਅਤੇ ਮੁੜ ਕੇ ਜਦੋਂ ਬੈਕ ਮਾਰਦਾ ਨਾ ਇਹ ਟਾਂਗੇ ਟੂੰਗੇ ਸਭ ਤੋੜ ਦਿੰਦਾ। ਉਹ ਅੱਜ ਵੀ ਸਵੇਰੇ ਉਹਨਾਂ ਨੇ ਕੱਲ੍ਹ ਸ਼ਾਇਦ ਲਾਇਆ ਸੀ ਆਸਾ ਦੀ ਵਾਰ ਦੇ ਅੰਦਰ ਸ਼ਬਦ ਕਿ ਮੇਰਾ ਟਾਂਡਾ ਲਾਦਿਆ ਕੋ ਬਣਜ਼ਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੁਰਤ ਪਿਆ ਵਾਂ
ਮੇਰਾ ਜਿਹੜਾ ਅੰਦਰ ਬੈਠਾ ਮਨ ਰੂਪੀ ਬੈਲ ਵਾ ਨਾ ਬੜਾ ਕਮਜ਼ੋਰ ਆ, ਇਹਨੇ ਪਤਾ ਨਹੀਂ ਕਦੋਂ ਇਹ ਟਾਂਗਾ ਸੁੱਟ ਦੇਣਾ ਕਿਸੇ ਪਾਸੇ ਨੂੰ, ਪਤਾ ਹੀ ਨਹੀਂ ਇਹਦਾ। ਕੋ ਬਣਜਾਰੋ ਰਾਮ ਕੋ, ਇਹ ਰੱਬ ਦੇ ਨਾਮ ਦੇ ਵਣਜ ਕਰਨ ਵਾਲਿਓ, ਮੇਰੀ ਬੇਨਤੀ ਸੁਣੋ। ਮੇਰਾ ਵੀ ਕਿਤੇ ਇਹ ਜਿਹੜਾ ਮੈਂ ਟਾਂਗਾ ਲੱਦ ਬੈਠਾ ਇਹਨੂੰ ਨਾਲ ਸਾਥ ਕਰ ਲਓ ਆਪਣੇ। ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕਿਉਂ? ਇਹ ਕੰਮ ਸੌਖਾ ਨਹੀਂ ਹੈ। ਰੱਬ ਦੇ ਮਾਰਗ 'ਤੇ ਚੱਲਣਾ, ਨਾਨਕ ਘਰ ਬੈਠਿਆਂ ਸੋ ਪਾਈਏ, ਇਹ ਪੜ੍ਹ ਲੈਂਦੇ ਨੇ ਤੁਕਾਂ। ਨਹੀਂ ਨਹੀਂ ਨਹੀਂ, ਬੜਾ ਔਖਾ ਕੰਮ ਹੈ। ਘੱਟ ਅਵ ਘੱਟ ਡੂੰਗਰ ਘਣਾ, ਬੜੇ ਆ ਦੁਨੀਆ ਦੀਆਂ ਪਹਾੜੀਆਂ ਤੁਸੀਂ ਮਾਪ ਲੀਆਂ ਵਾ। ਜਿਹੜੇ ਉਹ ਹੇਮਕੁੰਟ ਕਿੰਨਾ ਉੱਚਾ ਵਾ ਅਤੇ ਹਿਮਾਲਿਆ ਪਰਬਤ ਕਿੰਨਾ ਉੱਚਾ ਵਾ, ਪਰ ਜਿਹੜਾ ਰੱਬ ਦਾ ਮਾਰਗ ਵਾ ਇਹ ਤਾਂ ਬੜਾ ਹੀ ਔਖਾ ਵਾ, ਅਤੇ ਪਤਾ ਹੀ ਨਹੀਂ ਕਿੰਨਾ ਕੁ ਡੂੰਘਾ ਅਤੇ ਕਿੰਨਾ ਕੁ ਉੱਚਾ। ਘੱਟ ਅਵ ਘੱਟ ਡੂੰਗਰ ਘਣਾ, ਇੱਕ ਅਵ ਘੱਟ ਘਾਟੀ ਰਾਮ ਕੀ, ਤੈਂ ਚੜ੍ਹ ਰਹੇ ਹੋ ਕਬੀਰ। ਬੜੀ ਔਖੀ ਘਾਟੀ 'ਤੇ ਮਨ ਚੜ੍ਹ ਰਿਹਾ। ਇਹ ਪਤਾ ਨਹੀਂ ਮਨ ਨੇ ਕਿਹੜੀ ਕਮਾਲ ਕਰਕੇ ਦਿਖਾ ਦੇਣੀ। ਉਹ ਟਾਂਗਾ ਮਾਰਨਾ ਰੇੜ ਬੈਕ ਲਾ ਕੇ, ਇੱਕ ਨਿਰਗੁਣ ਬੈਲ ਹਮਾਰ। ਹੁਣ ਮਨ ਨੂੰ ਬੈਲ ਕਹਿ ਦਿੱਤਾ ਹੈ। ਤੇ ਰਮਈਏ ਸੋ ਇੱਕ ਬੇਨਤੀ ਹੈ, ਪਰਮੇਸ਼ਰ ਤੇਰੇ ਅੱਗੇ ਸਾਡੀ ਇੱਕ ਬੇਨਤੀ ਆ। ਮੇਰੀ ਪੂੰਜੀ ਰਾਖ ਮਰਾਰ, ਇਹ ਜਿਹੜਾ ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਜਿਹੜਾ ਮੈਂ ਰਾਮ ਨਾਮ ਧਨ ਇਕੱਠਾ ਕਰ ਬੈਠਾ ਏ, ਇਹ ਮਨ ਰੂਪੀ ਬੈਲ 'ਤੇ ਲੱਦ ਬੈਠਾ। ਪਤਾ ਨਹੀਂ ਇਹਨੇ ਕਦੋਂ ਸੁੱਟ ਦੇਣਾ ਈ, ਕਦੋਂ ਉਹਨੇ ਲੋਭੀ ਹੋ ਜਾਣਾ ਈ, ਕਦੋਂ ਉਹਨੇ ਵਾਸਨਾਗ੍ਰਸਤ ਹੋ ਜਾਣਾ ਈ। ਪਤਾ ਨਹੀਂ ਇਸ ਬੈਲ ਦਾ ਇਹਨੇ ਕਰਨਾ ਹੀ ਕੀ ਹੈ, ਪਤਾ ਹੀ ਨਹੀਂ ਇਸਦਾ। ਉਹ ਅਰਥ ਆ ਗਿਆ ਨਾ, ਉਪਜਿਓ ਪੂਤ ਕਮਾਲ। ਪਹਿਲੋਂ ਤਾਂ ਮਨ ਦਾ ਪਤਾ ਨਹੀਂ ਲੱਗਦਾ, ਜਦੋਂ ਬੰਦਾ ਸਾਧਨਾ ਸਾਧਦਾ ਫਿਰ ਪਤਾ ਲੱਗਦਾ ਮਨ ਕੀ ਚੀਜ਼ ਆ। ਜਦੋਂ ਥੋੜ੍ਹਾ ਜਿਹਾ ਕਾਂ ਦੇ ਅੰਦਰ ਆਉਂਦਾ ਨਾ, ਟਿਕਦਾ ਵਾ, ਫਿਰ ਇਹਦੀ ਫੇਰ ਪਤਾ ਲੱਗਦਾ ਇਹ ਕਿਹੜੇ ਕਮਾਲ ਕਰਦਾ। ਫਿਰ ਉਪਜਿਓ ਪੂਤ ਕਮਾਲ, ਬੁੱਢਾ ਬੰਸ ਕਬੀਰ ਕਾ ਕਿਉਂ ਡੁੱਬ ਗਿਆ। ਹਰ ਕਾ ਸਿਮਰਨ ਛਾੜ ਕੇ, ਲਓ ਇਹ ਮਨ ਰੂਪੀ ਕਮਾਲ ਪੁੱਤ ਨੇ ਰੱਬ ਨੂੰ ਯਾਦ ਕਰਨਾ ਹੀ ਛੱਡ ਛੱਡਿਆ ਹੈ। ਅਤੇ ਸਾਰੀਆਂ ਖੁਆਰੀਆਂ, ਸਾਰਾ ਇੱਥੋਂ ਹੀ ਸ਼ੁਰੂ ਹੁੰਦਾ ਜਦੋਂ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਕ੍ਰੋਧੀ ਬੰਦਾ ਹੋ ਜਾਊਗਾ, ਵਾਸਨਾਗ੍ਰਸਤ ਹੋ ਜਾਊਗਾ, ਧਨ ਦੌਲਤ ਹੁੰਦਿਆਂ ਹੋਇਆਂ ਕੋਈ ਸਬਰ ਸੰਤੋਖ ਨਾਂ ਦੀ ਚੀਜ਼ ਨਹੀਂ ਹੋਊਗੀ। ਸਭ ਦੁੱਖ ਪਰਮੇਸ਼ਰ ਦੇ ਭੁੱਲਿਆਂ ਵਿਆਪਣ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲਬਗਣ ਜਨਮ ਵਜੋ, ਇਹ ਬੜਾ ਕੁਛ ਚੱਲਦਾ ਹੈ। ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਇਹ ਹਿਰਦੇ ਰੂਪੀ ਘਰ ਦੇ ਅੰਦਰ ਇਹ ਮਨ ਰੂਪੀ ਪੁੱਤਰ ਕਮਾਲ ਰੱਬ ਦਾ ਸਿਮਰ, ਰੱਬ ਦਾ ਨਾਮ ਧਨ ਛੱਡ ਕੇ ਤੇ ਹੋਰ ਦੁਨਿਆਵੀ ਧਨ ਇਕੱਠਾ ਕਰਨ ਬਹਿ ਗਿਆ। ਤਾਂ ਇੱਦਾਂ ਦੇ ਭਗਤਾਂ ਦੀ ਅੰਸ-ਬੰਸ ਡੁੱਬ ਜਾਂਦੀ ਜਦੋਂ ਦੁਨਿਆਵੀ ਮਾਲ ਇਕੱਠਾ ਕਰਨ ਲੱਗ ਪੈਂਦਾ ਮਨ। ਤਾਂ ਮੈਂ ਕਹਿ ਰਿਹਾ ਸੀ, ਕਬੀਰ ਸਾਹਿਬ ਕਹਿੰਦੇ ਪਹਿਲੀ ਕਰੂਪ ਮੇਰੀ ਇੱਕ ਘਰ ਵਾਲੀ ਸੀ, ਉਹ ਬੜੀ ਕਰੂਪ ਸੀ। ਕੱਲੀ ਕਰੂਪ ਨਹੀਂ ਹੈ, ਕੁਜਾਤ। ਜਿਹੜੀ ਕਰੂਪ ਸੀ ਉਹਦੀ ਜਾਤ ਵੀ ਛੋਟੀ ਸੀ। ਜਿਹਦੀ ਜਾਤ ਛੋਟੀ ਹੋਵੇ, ਕਰੂਪ ਹੋਵੇ, ਉਹ ਕੁਲੱਖਣੀ ਵੀ ਹੁੰਦੀ ਹੈ। ਕਬੀਰ ਸਾਹਿਬ ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲੱਖਣੀ। ਜਿੱਦਾਂ ਨਹੀਂ ਆਉਂਦਾ ਕੁਚੱਜੀ, ਸੁਚੱਜੀ ਤੇ ਗੁਣਵੰਤੀ। ਕੁਚੱਜੀ ਤੋਂ ਸੁਚੱਜੀ ਹੋਈ, ਸੁਚੱਜੀ ਤੋਂ ਗੁਣਵੰਤੀ ਬਣ ਗਈ। ਪਹਿਲੀ ਕਰੂਪ ਮੇਰੀ ਪਹਿਲੀ ਮੱਤ ਜਿਹੜੀ ਸੀ ਨਾ, ਇਹਨੂੰ ਪਹਿਲੀ ਲੋਕਾਂ ਨੇ ਕਹਿ ਕਬੀਰ ਨੇ 2 ਵਿਆਹ ਕਰਾਏ ਸੀ, ਅਤੇ ਪਹਿਲੀ ਬੜੀ ਕਾਲੀ ਸੀ, ਭੈੜੀ ਸੀ, ਛੋਟੀ ਜਾਤ ਦੀ ਸੀ। ਨਹੀਂ ਨਹੀਂ, ਪਹਿਲੀ ਭੈੜੀ ਮੱਤ ਮੇਰੀ
ਗੁਰੂ ਤੋਂ ਗੁਰੂ, ਜਦੋਂ ਮੈਂ ਗੁਰੂ ਨੂੰ ਨਹੀਂ ਮਿਲਿਆ, ਜਦੋਂ ਮੈਂ ਸੰਗਤ 'ਚ ਬੈਠ ਕੇ ਰੱਬ ਦਾ ਨਾਮ ਨਹੀਂ ਨਾ ਜਪਦਾ, ਉਹ ਮੇਰੀ ਮੱਤ, ਉਹ ਮੇਰੀ ਘਰ ਵਾਲੀ, ਉਹ ਮੇਰਾ ਪਰਿਵਾਰ ਆ। ਬੰਦੇ ਦੀ ਮੱਤ ਬੰਦੇ ਦਾ ਪਰਿਵਾਰ ਵਾ। ਬੰਦੇ ਦੀ ਸੁਰਤ, ਬੰਦੇ ਦੇ ਕਰਮ ਗਿਆਨ ਇੰਦਰੇ ਬੰਦੇ ਦਾ ਪਰਿਵਾਰ ਵਾ। ਇਹ ਠੀਕ ਨਹੀਂ ਹੈ। ਵਿਗੜੇ ਆਪ ਵਿਗਾੜੇ ਲੋਈ, ਠੀਕ ਨਹੀਂ ਹੈ। ਕਹਿੰਦੇ ਅੱਜ ਮੇਰਾ ਮਨ ਠੀਕ ਨਹੀਂ ਹੈ, ਅੱਜ ਮੇਰਾ ਮੂਡ ਠੀਕ ਨਹੀਂ, ਅੱਜ ਮੇਰਾ ਹਿਰਦਾ ਬੜਾ ਦੁਖਦਾ ਹੈ, ਮੇਰਾ ਮੈਨੂੰ ਬੜਾ ਦੁੱਖ ਲੱਗਾ ਹੈ, ਅੱਜ ਫਲਾਨੀ ਗੱਲ ਹੋ ਗਈ ਹੈ। ਹਾਂਜੀ, ਇਹ ਅੰਦਰ ਦਾ ਪਰਿਵਾਰ ਵਾ। ਇਸੇ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਸੀ, ਇਹ ਦੋ ਨੈਣਾ ਮਤ ਛੋ ਫਿਰ ਦੇਖਣ ਕੀ ਆਸ। ਇਹ ਅੰਦਰੋਂ ਇਹ ਫਿਰ ਫਿਰਦਾ ਤਨ ਸੁੱਕਾ ਪਿੰਜਰ ਤੀਆ, ਤਲੀਆਂ ਖੂੰਡੇ ਕਾਗ। ਕਾਗ ਕੀ ਆ? ਲੋਭ। ਕਾਗ ਕੀ ਆ? ਹੰਕਾਰ। ਕਾਗ ਕੀ ਆ? ਕਾਂ ਕੀ ਆ? ਮੋਹ। ਇਹ ਬੁੱਢੇ ਬਾਰੇ ਤੱਕ ਹੀ ਠੂੰਗੇ ਮਾਰੀ ਜਾਂਦੇ ਨੇ। ਤਨ ਸੁੱਕ ਗਿਆ, ਬੁੱਢਾ ਥੀਆ, ਤਲੀਆਂ ਖੂੰਡੇ। ਅਜੇ ਵੀ ਪੈਸਾ ਇਕੱਠਾ ਕਰਨ ਦੇ ਚੱਕਰ 'ਚ ਲੋਕੀ ਫਿਰੇ ਬੈਠੇ ਦੇ ਨੇ। ਪੈਸਾ ਜ਼ਿੰਦਗੀ ਦੀ ਲੋੜ ਆ, ਪੈਸਾ ਜ਼ਿੰਦਗੀ ਨੂੰ ਚਲਾਉਣ ਵਾਸਤੇ ਚਾਹੀਦਾ। ਕਿ ਲੱਤਾਂ ਕਬਰਾਂ 'ਚ ਪਈਆਂ ਹੋਣ ਤਾਂ ਫਿਰ ਵੀ ਪੈਸਾ ਇਕੱਠਾ ਕਰਨ ਦੇ ਫਿਰਦੇ ਹੋ ਲੋਕੀ। ਹਾਂਜੀ, ਇਹ ਕਹਿੰਦੇ ਇਹਨੂੰ ਕਾਂ ਖਾ ਰਹੇ ਨੇ। ਫਰੀਦ ਸਾਹਿਬ ਕਹਿੰਦੇ ਮੈਨੂੰ ਨਾ ਖਾਓ ਜੇ, ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ। ਛੱਡੋ, ਮੈਂ ਲੋਭ ਮੈਨੂੰ ਛੱਡ ਦੇ ਹੁਣ। ਜਿੱਦਾਂ ਜੋਗੀ ਭਰਥਰਨਾਥ ਨੇ ਕਿਹਾ ਸੀ ਨਾ ਕਿ ਬੜਾ ਕੁਝ ਮੈਂ ਛੱਡ ਦਿੱਤਾ, ਇਹ ਮੰਦਰ ਛੱਡ ਦਿੱਤੇ, ਰਾਜ ਛੱਡ ਦਿੱਤਾ, ਰਾਣੀਆਂ ਛੱਡ ਦਿੱਤੇ, ਖਾਣਾ ਪੀਣਾ ਛੱਡ ਦਿੱਤਾ, ਪਰ ਤ੍ਰਿਸ਼ਨਾ ਨੇ ਮੇਰਾ ਸਾਥ ਨਹੀਂ ਛੱਡਿਆ। ਹੀਰੇ ਜੜਤ ਮੰਦਰ ਤਜੇ, ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਦੇ, ਦਿਓ ਪੀਕ ਮੇ ਹਾਥ। ਲੋਭ ਨੇ ਥੁੱਕ ਵਿੱਚ ਹੱਥ ਪਵਾ ਦਿੱਤਾ। ਲੱਭ ਬਣਾਹੇ ਮਾਨਸਾ ਜੋ ਪਾਣੀ ਬੂਰ। ਇਹ ਵਿਗੜਿਆ ਹੋਇਆ ਪਰਿਵਾਰ ਅੰਦਰ ਦਾ ਬੰਦੇ ਦਾ। ਪਰ ਇਹ ਦੋਏ ਨੈਣਾ ਮਤ ਛੋ ਫਿਰ ਦੇਖਣਗੀ ਆਸ। ਨੇਤਰਾਂ ਵਿੱਚ ਨਫ਼ਰਤ, ਨੇਤਰਾਂ ਵਿੱਚ ਅਗਨ, ਬੜਾ ਕੁਛ ਆ ਨੇਤਰਾਂ ਦੇ ਵਿੱਚ। ਇਹ ਰੂਪ ਨੂੰ ਵੇਖ ਕੇ ਵੀ ਡੁੱਲ ਜਾਂਦੀਆਂ ਨੇ, ਇਹ ਧਨ ਵੇਖ ਕੇ ਵੀ ਲਵਾਇਮਾਨ ਹੋ ਜਾਂਦੀਆਂ ਨੇ, ਤਨ ਵੇਖ ਕੇ ਵੀ। ਇਹ ਬੜਾ ਕੁਛ ਆ ਇੱਕ ਨੇਤਰਾਂ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਉਹ ਜਿਹੜੀ ਅਵਸਥਾ ਸੀ ਨਾ ਪਹਿਲੀ ਖੋਟੀ ਮੱਤ ਮੇਰੀ, ਜਦੋਂ ਮੈਂ ਗੁਰੂ ਨੂੰ ਨਹੀਂ ਸੀ ਮਿਲਿਆ। ਗੁਰ ਕੀ ਮੱਤ ਤੂੰ ਲੈ ਇਹ ਆਣੇ। ਗੁਰੂ ਦੀ ਮੱਤ ਸਬਰ ਸੰਤੋਖ ਸਹਿਜ ਸੀਲਤਾ ਵਾਲੀ ਆ। ਲੋਭ ਕ੍ਰੋਧ ਮੋਹ ਹੰਕਾਰ ਇਹ ਮੱਤ ਦੇ ਮਨ ਦੀ ਮੱਤ ਵਾ। ਕ੍ਰੋਧ ਮੋਹ ਲੋਭ ਹੰਕਾਰ ਇਹ ਮਨ ਦੀ ਮੱਤ ਵਾ। ਕਿ ਮਨ ਕੀ ਮੱਤ ਤਿਆਗੋ ਹਰ ਜਨ, ਤਿਆਗ ਕਰੋ ਉਸਦਾ। ਇਹ ਬਾਤ ਕਠੈਣੀ, ਮਨ ਨੇ ਛੱਡਣੀ ਨਹੀਂ ਹੈ। ਇਹ ਔਖੀ ਬਾਤ ਆ, ਇਹ ਛੱਡਦਾ ਨਹੀਂ ਆਪਣੀ ਮੱਤ। ਮਨ ਕੀ ਮੱਤ ਤਿਆਗੋ ਹਰ ਜਨ, ਇਹ ਬਾਤ ਕਠੈਣੀ। ਕਬੀਰ ਸਾਹਿਬ ਕਹਿੰਦੇ ਉਹ ਜਿਹੜੀ ਮੇਰੀ ਪਹਿਲੀ ਮੱਤ ਸੀ ਨਾ, ਪਹਿਲੀ ਕਰੂਪਾ, ਹੋ ਕਰੂਪ ਕਹਿਤਾ। ਕੋ ਜਾਤ, ਉਹਦੀ ਜਾਤ ਵੀ ਛੋਟੀ ਸੀ। ਕੋ ਲੱਖਣੀ, ਉਹਦੇ ਲੱਛਣ ਠੀਕ ਨਹੀਂ ਸਨ। ਸਹੋਰੇ ਪਈਏ ਬੁਰੀ, ਉਹ ਇੱਥੇ ਤੇ ਭੈੜੀ ਮੱਤ ਸੀ, ਜਦੋਂ ਪਰਲੋਕ ਗਏ ਉਹ ਭੈੜੀ ਮੱਤ ਨਾਲ ਹੀ ਤੁਰ ਗਈ। ਸਹੁਰੇ ਪਈਏ, ਪੇਕੇ 'ਚ। ਲੋਕ ਪਰਲੋਕ ਜਿਹਨੂੰ ਅਸੀਂ ਕਹਿੰਦੇ ਹਾਂ। ਕਬੀਰ ਸਾਹਿਬ ਕਹਿੰਦੇ ਉਹ ਪੇਕੇ, ਜਿਹੜੀ ਪੇਕੇ 'ਚ ਮਾੜੀ ਹੋਵੇ ਨਾ, ਉਹ ਸਹੁਰੇ ਆਣ ਕੇ ਸੁਧਰਦੀ ਨਹੀਂ ਆ। ਉਹ ਬੜੇ ਉਪਦਰਵ ਮਚਾਉਂਦੀ ਆ। ਅੱਜ ਕਿੰਨੇ ਤਲਾਕ ਹੋ ਰਹੇ ਨੇ, ਕਿੰਨੇ ਕਤਲ ਹੋ ਰਹੇ ਨੇ। ਅੱਜ ਦੇ ਬੱਚੇ ਬੱਚੀਆਂ ਮਾਂ ਬਾਪ ਦੇ ਆਗਿਆ ਤੋਂ ਬਾਹਰ ਹੋ ਗਏ ਨੇ। ਅਤੇ ਜਿਹੜੀ ਪੇਕੇ ਠੀਕ ਨਹੀਂ ਸੀ, ਸਹੁਰੇ ਆਣ ਕੇ ਵੀ ਨਹੀਂ ਠੀਕ ਹੁੰਦੀ। ਆਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਉਹਦੀਆਂ। ਆਦਤਾਂ ਥੋੜ੍ਹਾ ਬਦਲਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।
ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਸਾਧੂਆਂ ਦੀ ਸੰਗਤ ਬੈਠਾ, ਗੁਰੂ ਦੀ ਮੱਤ ਲਈ, ਤੇ ਹੁਣ ਮੇਰਾ ਪਰਿਵਾਰ ਬਦਲ ਗਿਆ। ਮੈਂ ਘਰ ਦੀ ਦੂਜੀ ਲੈਣ ਦੀ, ਹੁਣ ਪਹਿਲੀ ਕਰੂਪ ਜਾਤ ਕੁਲੱਖਣੀ ਸੀ, ਤੇ ਹੁਣ ਅਬ ਕੀ ਜਿਹੜੀ ਹੁਣ ਵਿਆਹੀ ਮੈਂ, ਜਿਹੜਾ ਹੁਣ ਮੇਰਾ ਪਰਿਵਾਰ ਵਾ, ਪਹਿਲਾ ਪਰਿਵਾਰ ਤੇ ਭੈੜਾ ਸੀ, ਜਿਹੜਾ ਹੁਣ ਮੇਰੇ ਕੋਲ ਪਰਿਵਾਰ ਵਾ। ਅਬ ਕੀ ਸਰੂਪ ਬੜੀ ਸੋਹਣੀ ਹੈ, ਸੁਜਾਨ ਬੜੀ ਗੁਣਵੰਤੀ ਹੈ, ਗੁਣਾਂ ਨਾਲ ਭਰਪੂਰ ਹੈ ਉਹਦਾ। ਇਹਦੇ ਕੋਲ ਸਬਰ ਹੈ, ਸੰਤੋਖ ਹੈ, ਸਹਿਜ ਹੈ, ਧੀਰਜ ਹੈ, ਸਹਿਨਸ਼ੀਲਤਾ ਹੈ, ਦਇਆ ਹੈ, ਪਰਉਪਕਾਰ ਹੈ, ਦਾਨ ਹੈ, ਪੁੰਨ ਹੈ। ਇਸ ਮੱਤ ਦੇ ਵਿੱਚ ਬੜੇ ਗੁਣ ਨੇ, ਜਿਹੜੀ ਹੁਣ ਮੇਰੇ ਕੋਲ ਵਾ। ਅਬ ਕੀ ਸਰੂਪ ਸੁਜਾਨ, ਬੜੀ ਸੁਜਾਨ, ਬੜੀ ਸਿਆਣੀ ਆ, ਕੋਈ ਭੁੱਲ ਕਰਦੀ ਨਹੀਂ ਹੈ। ਜਦੋਂ ਗੁਰੂ ਦੀ ਮੱਤ ਆ ਜੇ, ਫਿਰ ਗੁਰੂ ਦੀ ਮੱਤ ਵਿੱਚ ਕਦੀ ਭੁੱਲ ਨਹੀਂ ਹੋ ਸਕਦੀ। ਕਦੀ ਪੰਜਾਂ ਪਿਆਰਿਆਂ ਨੇ ਜਿਹੜੇ 10ਵੇਂ ਪਾਤਸ਼ਾਹ ਨੇ ਸਾਜੇ ਸੀ, ਉਹਨਾਂ ਨੇ ਕਦੀ ਭੁੱਲ ਕੀਤੀ ਮੁੜ ਕੇ? ਕਦੀ ਬਾਬਾ ਦੀਪ ਸਿੰਘ ਦੇ ਜੀਵਨ ਵਿੱਚ ਤੁਸੀਂ ਭੁੱਲ ਲੱਭ ਸਕਦੇ? ਕਦੀ ਬਾਬਾ ਅਤਰ ਸਿੰਘ ਵਰਗਿਆਂ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਤੁਸੀਂ ਕਦੀ ਭੁੱਲ ਲੱਭ ਸਕਦੇ ਹੋ? ਕਦੀ ਵੀ ਨਹੀਂ। ਅਖੌਤੀ ਬਾਬਿਆਂ ਸੰਤਾਂ ਦੇ ਕੋਲ ਤੇ ਬੜੀਆਂ ਭੁੱਲਾਂ ਨੇ। ਆਉਣ ਵਾਲੇ ਸਮਾਂ ਇਤਿਹਾਸ ਦੱਸੂਗਾ ਇਹ ਕੀ ਕੀ ਭੁੱਲਾਂ ਪੈ ਕਰਕੇ ਤੁਰ ਗਏ ਧਰਤੀ ਉੱਤੋਂ। ਅਬ ਕੀ ਸਰੂਪ ਸੁਜਾਨ ਸੁਲੱਖਣੀ, ਸੁਲੱਖਣੀ ਹੈ। ਪਹਿਲੀ ਕੁਲੱਖਣੀ ਸੀ, ਹੁਣ ਸੁਲੱਖਣੀ ਹੈ। ਸਹਿਜੇ ਉਦਰ ਧਰੀ, ਮੈਂ ਆਪਣੇ ਹਿਰਦੇ ਰੂਪੀ ਉਦਰ ਦੇ ਵਿੱਚ ਇਸ ਨੂੰ ਮੈਂ ਸਹਿਜ ਸੁਭਾਈ ਟਿਕਾਤਾ। ਇਸ ਮੱਤ ਨੂੰ, ਇਹ ਜਿਹੜੀ ਮੈਂ ਨਵੀਂ ਵਿਆਹ ਕੇ ਲਿਆਂਦੀ, ਕਬੀਰ ਸਾਹਿਬ ਕਹਿੰਦੇ ਮੱਤ, ਇਹ ਮੈਨੂੰ ਕੋਈ ਬਹੁਤਾ ਉਦਮ ਨਹੀਂ ਕਰਨਾ ਪਿਆ ਇਹਦੇ ਵਾਸਤੇ। ਨਹੀਂ 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 ਨਹੀਂ, ਇਹ ਗੁਰੂ ਨੇ, ਸਾਧੂ ਮਹਾਤਮਾ ਨੇ ਸਹਿਜੇ ਉਦਰ ਧਰੀ, ਮੇਰੇ ਹਿਰਦੇ ਅੰਦਰ ਸਹਿਜੇ ਟਿਕ ਗਈ ਆ। ਇਹ ਗੁਰੂ ਦੀ ਕਿਰਪਾ ਨਾਲ ਟਿਕੀ ਹੋਈ ਹੈ। ਜਦੋਂ ਗੁਰੂ ਪਰਮੇਸ਼ਰ ਹੁਕਮ ਲਾ ਦੇ ਨਾ ਇਹਨਾਂ ਨੂੰ, ਭੈੜੀਆਂ ਚੀਜ਼ਾਂ ਨੂੰ, ਫਿਰ ਇਹ ਬੰਦੇ ਨੂੰ ਸਤਾਉਂਦੀਆਂ ਨਹੀਂ ਹੈ। ਜਿੱਦਾਂ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਹੁਣ ਹੁਕਮ ਹੋਵਾ ਮਿਹਰਬਾਨ ਦਾ। ਜਦੋਂ ਉਸ ਦਾ ਹੁਕਮ ਹੋ ਗਿਆ, ਉਸ ਦੀ ਰਹਿਮਤ ਹੋ ਗਈ ਪਰਮੇਸ਼ਰ ਦੀ। ਹੁਣ ਹੁਕਮ ਹੋਵਾ ਕਿਸ ਦਾ? ਮਿਹਰਬਾਨ ਦਾ। ਉਸ ਨੂੰ ਮਿਹਰਬਾਨ ਕਹਿੰਦੇ ਨੇ, ਉਸ ਨੂੰ ਦਿਆਲ ਕਹਿੰਦੇ ਨੇ, ਉਸ ਨੂੰ ਦਮੋਦਰ ਕਹਿੰਦੇ ਨੇ। ਜਿਸ ਦਾ ਅੱਜ ਦਰਬਾਰ ਸਾਹਿਬ ਦਾ ਹੁਕਮਨਾਮਾ ਸੀ, ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਭਗਤ ਅਮਰਦਾਸ ਜੀ ਕਹਿੰਦੇ ਤੁਸੀਂ ਮੁਕੰਦ ਮੁਕੰਦ ਨਹੀਂ ਜਪੋਗੇ ਤੇ ਤੁਹਾਡਾ ਸਰੀਰ ਹੀ ਤੁਹਾਨੂੰ ਬਰਬਾਦ ਕਰ ਦੇਗਾ। ਬਿਨ ਮੁਕੰਦ ਤਨ ਹੋਏ ਆਹਾਰ, ਤੁਹਾਨੂੰ ਕਿਸੇ ਨੇ ਨਹੀਂ ਮਾਰਨਾ, ਤੁਹਾਨੂੰ ਤੁਹਾਡੇ ਸਰੀਰ, ਤੁਹਾਡੇ ਅੰਦਰ ਬੈਠੇ ਪਰਿਵਾਰ ਨਹੀਂ ਮਾਰ ਦੇਣਾ ਹੈ। ਇਸ ਤਨ ਨੇ ਤੁਹਾਨੂੰ ਬਰਬਾਦ ਕਰਕੇ ਰੱਖ ਦੇਣਾ। ਇਹਦੀਆਂ ਇੰਨੀਆਂ ਵਾਸ਼ਨਾਵਾਂ, ਇੰਨੀਆਂ ਤਰੰਗਾਂ, ਇੰਨੀਆਂ ਭੈੜੀਆਂ ਆਦਤਾਂ ਇਸ ਸਰੀਰ ਨੂੰ ਲੱਗ ਜਾਣੀਆਂ, ਇਹਨਾਂ ਆਦਤਾਂ ਨੇ ਤੁਹਾਨੂੰ ਮਾਰ ਦੇਣਾ, ਭਗਤ ਰਵਿਦਾਸ ਜੀ ਕਹਿੰਦੇ। ਇਸ ਕਰਕੇ ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਆਹਾਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਨਕੋ ਖਸਮ ਕੀਨੀ ਠਾਕ ਹਾਰੇ। ਗੁਰੂ ਨੇ ਰੋਕ ਦਿੱਤਾ ਬਰਿਆਈਆਂ ਨੂੰ, ਹੁਣ ਨਹੀਂ ਆਉਣਗੇ ਹਿਰਦੇ ਵਿੱਚ। ਸਾਹਿਬ ਕਹਿੰਦੇ ਹੁਣ ਹੁਕਮ ਹੋਵਾ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿਜਾਣ ਦਾ। ਰਿਜਾਣ ਦਾ ਮਤਲਬ ਦੁਖੀ ਕਰਨਾ। ਕ੍ਰੋਧ ਕਿੰਨਾ ਦੁਖੀ ਕਰਦਾ ਹੈ, ਲੋਭ ਕਿੰਨਾ ਦੁਖੀ ਕਰਦਾ ਹੈ, ਮੋਹ ਕਿੱਦਾਂ ਬੰਦਿਆਂ ਨੂੰ ਰਵਾਉਂਦਾ ਹੈ, ਬੜੇ ਦੁਖੀ ਕਰਦੇ ਨੇ। ਇੱਦਾਂ ਕਿਹੜੀ ਚੀਜ਼ ਨਹੀਂ ਦੁਖੀ ਕਰਦੀ ਪੰਜਾਂ ਵਿੱਚ? ਸਾਰੇ ਛੁਟਕਾਰਾ ਪਾਉਣਾ ਚਾਹੁੰਦੇ ਨੇ, ਛੁੱਟਦਾ ਕੋਈ ਵੀ ਨਹੀਂ ਹੈ। ਸਾਰੇ ਚਾਹੁੰਦੇ ਨੇ
ਇਹਨਾਂ ਤੋਂ ਨਿਜਾਤ ਮਿਲੇ, ਛੁਟਕਾਰਾ ਮਿਲੇ। ਛੁਟਕਾਰਾ ਕਿਸੇ ਨੂੰ ਵੀ ਨਹੀਂ ਮਿਲ ਰਿਹਾ। ਇੰਨੀ ਪਾਠ ਪੂਜਾ ਕਰਨ ਵਾਲੇ ਵੀ ਨਾਨਕ ਆਖੇ ਰਾਹ ਪੇ ਚੱਲਣਾ, ਰੱਬ ਦੇ ਰਾਹ ਦੇ ਪਾਂਧੀਓ, ਮਾਲ ਧਨ ਕਿਤ ਕੂ ਸੰਜਿਆ ਹੀ ਹੈ। ਜੇ ਉਹਦੇ ਰਾਹ 'ਤੇ ਚੱਲਣਾ ਫਿਰ ਦੁਨੀਆ ਨਾ ਇਕੱਠੀ ਕਰੋ ਜੀ। ਜੇ ਤੁਸੀਂ ਦੁਨੀਆ ਇਕੱਠੀ ਕਰ ਲਈ ਨਾ, ਦੀਨ ਛਡਾਏ ਦੁਨੀ ਜੋ ਲਾਏ, ਦੋਏ ਸਰਾਮਨੀ ਸਰਾਈ ਖੁਨਾਮੀ ਗੁਹਾਏ। ਜੇ ਦੁਨੀਆ ਪਿੱਛੇ ਲਾ ਲਈ ਨਾ, ਦੁਨੀਆ ਇਕੱਠੀ ਕਰ ਲਈ, ਸਾਹਿਬ ਕਹਿੰਦੇ ਫਿਰ ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਈ, ਫਿਰ ਨਹੀਂ ਪਹੁੰਚਿਆ ਜਾਣਾ ਨਾ। ਆਵੇ ਹੁਣ ਕੋਈ ਬਾਬਾ ਚਿੜੀਆਂ ਰੱਖ ਕੇ ਬੈਠਾ, ਕੋਈ ਕਾਂ ਰੱਖ ਕੇ ਬੈਠਾ, ਕੋਈ ਹਾਥੀ ਰੱਖ ਕੇ ਬੈਠਾ, ਕੋਈ ਕੀ ਟਸਨ ਕਰਨ ਦੇ ਧਰਮ ਦੇ ਨਾਂ 'ਤੇ ਲੋਕੀ। ਚੱਲ ਇੱਥੇ ਹਰ ਮਿਲਣ ਕੋ ਬੀਚੀ ਹਟ ਕਿਉ ਚੀਤ। ਇਸ ਕਰਕੇ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਜਾਨ ਦਾ। ਕੋਈ ਕਿੰਨੇ ਮਰਜ਼ੀ ਕੌੜੇ ਬੋਲ ਦੇਵੇ, ਮੇਰਾ ਹਿਰਦਾ ਨਹੀਂ ਦੁਖੇਗਾ। ਗੁਰੂ ਅਰਜਨ ਸਾਹਿਬ ਕਹਿੰਦੇ ਸਾਨੂੰ ਤਾਂ ਇੱਕ ਥੋੜ੍ਹੀ ਜਿਹੀ ਕੋਈ ਗੱਲ ਕਹਿ ਦੇ ਤੇ ਅੰਦਰ ਭਾਂਬੜੀ ਮੱਚ ਜਾਂਦੇ ਨੇ। ਥੋੜ੍ਹੀਆਂ ਦੌਲਤ ਨੂੰ ਵੇਖ ਕੇ ਸਾਡਾ ਮਨ ਬੇਈਮਾਨ ਹੋ ਜਾਂਦਾ। ਹਾਂਜੀ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਕੋਈ ਨਹੀਂ ਤੰਗ ਕਰ ਰਿਹਾ। ਬੋਲੀ ਜਾਣ, ਕੋਈ ਕੌੜੇ ਬੋਲਦਾ ਤੇ ਉਹਦੀ ਆਪਣੀ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਉਹਦਾ ਆਪਣਾ ਸਭ ਕੁਝ ਫਿੱਕਾ ਹੋ ਜਾਣਾ ਹੈ। ਪਰ ਸਾਡਾ ਰਿਮੋਟ ਕਿਸੇ ਦੇ ਹੱਥ ਵਿੱਚ ਵਾ, ਉਹ ਸਾਨੂੰ ਗੱਲ ਕਹਿ ਦਿੰਦਾ, ਬੱਲੇ ਬੱਲੇ ਤੁਸੀਂ ਬੜੇ ਚੰਗੇ ਹੋ, ਅਸੀਂ ਫੁੱਲ ਜਾਂਦੇ ਹਾਂ, ਸਮਾਉਂਦੇ ਹੀ ਨਹੀਂ। ਫਿਰ ਜੇ ਲੋਕ ਸਲਾਏ ਤਾਂ ਤੇਰੀ ਉਪਮਾ, ਇਸ ਗੱਲ ਦੇ ਥੋੜ੍ਹਾ ਸੀ ਧਾਰਨੀ ਆ। ਜੇ ਨਿੰਦੇ ਤਾਂ ਛੋੜ ਨਾ ਜਾਈ, ਗੁਰੂ ਰਾਮਦਾਸ ਤੁਹਾਡੀ ਪਾਤਸ਼ਾਹ। ਜੇ ਮੇਰੀ ਸਿਫਤ ਸਲਾਹ ਹੋਈ ਤਾਂ ਇਹ ਤੇਰੀ ਆ, ਮੇਰੀ ਕਾਹਦੀ ਆ। ਜੇ ਨਿੰਦਾ ਹੋ ਗਈ ਤਾਂ ਤੇਰੀ ਹੋ ਗਈ, ਮੇਰੀ ਕਾਹਦੀ ਇੱਥੇ। ਇਹ ਪੰਡਿਆ ਮੋਕੋ ਟੇਢ ਕਹਿਤ ਹੈ, ਤੇਰੀ ਪੈਂਜ ਪਛਾਉਂਦੀ ਹੋਏ ਲਾ। ਜੇ ਮੈਨੂੰ ਟੇਢਾ ਕਹਿੰਦੇ ਤੂੰ ਵੀ ਟੇਢਾ ਹੀ ਆ, ਫਿਰ ਮੈਂ ਤਾਂ ਤੇਰਾ। ਸਾਡਾ ਰਿਮੋਟ ਦੂਸਰੇ ਦੇ ਹੱਥ ਵਿੱਚ ਆ। ਕੋਈ ਵਡਿਆਈ ਕਰ ਗਿਆ ਤੇ ਫੁੱਲ ਗਏ ਹੋਏ, ਕੋਈ ਕੌੜਾ ਬਚਨ ਕਹਿ ਗਿਆ ਤੇ ਸੁੰਗੜ ਗਏ, ਅੱਗ ਲੱਗ ਗਈ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਹੁਣ ਮੇਰੇ ਦੁੱਖ ਸੁੱਖ ਦਾ ਰਿਮੋਟ ਮੇਰੇ ਹੱਥ ਵਿੱਚ ਆ। ਹੁਣ ਕੋਈ ਨਾ, ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰੀਝਾਨ ਦਾ। ਕੋਈ ਨਹੀਂ ਦੁਖੀ ਕਰ ਸਕਿਆ ਹੁਣ ਮੈਨੂੰ। ਕਿਉਂ? ਉਹਨੇ ਹੁਕਮ ਲਾਤਾ ਰੱਬ ਨੇ ਇਹਨਾਂ ਨੂੰ, ਪੰਜਾਂ ਨੂੰ, ਕ੍ਰੋਧ ਨੂੰ, ਮੋਹ ਨੂੰ। ਇੱਥੇ ਤੁਸੀਂ ਹੁਣ ਹੱਲਾ ਨਹੀਂ ਜੇ ਬੋਲਣਾ। ਜਿੱਦਾਂ ਬਾਬਾ ਫਰੀਦ ਨੇ ਕਿਹਾ ਕਿ ਗੁੱਸਾ ਮਨ ਨਾ ਹੰਡਾਏ, ਆਊਗਾ ਤੁਰ ਜਾਏਗਾ ਪਰਾਂ ਦੀ ਪਰਾਂ ਹੀ, ਹੱਲਾ ਨਹੀਂ ਬੋਲੇਗਾ। ਜਦੋਂ ਮਿਹਰਬਾਨ ਹੋਇਆ ਨਾ ਰੱਬ, ਗੁਰੂ ਅਰਜਨ ਸਾਹਿਬ ਕਹਿੰਦੇ ਇਹ ਰੁਕ ਗਏ ਫਿਰ। ਅਤੇ ਜਦੋਂ ਇਹ ਰੁਕ ਜਾਣ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਾਸ਼ਨਾਵਾਂ ਜਦੋਂ ਰੁਕ ਜਾਣ, ਉਦੋਂ ਅੰਦਰ ਦਾ ਰਾਜ ਕਾਇਮ ਹੁੰਦਾ ਹੈ। ਇਹ ਹੋਆ ਹਲੇਮੀ ਰਾਜ ਜੀਓ। ਹੁਣ ਹੁਕਮ ਹੋਆ ਮਿਹਰਬਾਨ ਦਾ। ਕੀ ਹੋਇਆ? ਜਦ ਰੁਕ ਗਏ ਫਿਰ ਕੀ ਹੋਇਆ? ਇਹ ਹੋਇਆ ਹਲੇਮੀ ਰਾਜ ਜੀਓ। ਸਭ ਸੁਖਾਲੀ ਉਠੀਆ। ਜਿੱਥੇ ਪਹਿਲੋਂ ਕੁਰੂਪ ਸੀ, ਕੁਜਾਰ ਸੀ, ਦੁੱਖ ਸੀ, ਹੁਣ ਸਭ ਸੁਖਾਲੀ ਉਠੀਆ। ਸੌਖੀ ਸੁੱਖ ਪਏ ਹੋਏ ਨੇ। ਅਤੇ ਇਹ ਹਲੇਮੀ ਰਾਜ ਵਾ। ਇਹ ਧਰਤੀ ਉੱਤੇ ਰਾਜ ਨਹੀਂ ਹੈ, ਇਹ ਅੰਦਰ ਹਲੇਮੀ ਰਾਜ ਪੈਦਾ ਹੋ ਗਿਆ। ਨਿਮਰਤਾ ਵਾਲਾ, ਗਰੀਬੀ ਵਾਲਾ ਰਾਜ ਸਾਨੂੰ ਪ੍ਰਾਪਤ ਹੋ ਗਿਆ। ਕਦੋਂ ਹੋਇਆ? ਕਬੀਰ ਸਾਹਿਬ ਕਹਿੰਦੇ ਜਦੋਂ ਸਾਧੂਆਂ ਨੇ, ਮਹਾਂਪੁਰਖਾਂ ਨੇ, ਗੁਰੂ ਪੀਰਾਂ ਨੇ ਕਿਰਪਾ ਕੀਤੀ, ਸੰਗਤ 'ਚ ਬੈਠੇ ਅਤੇ ਪਰਿਵਾਰ ਬਦਲ ਗਿਆ। ਜਦੋਂ ਬੰਦਾ ਬਦਲ ਜਾਵੇ ਨਾ, ਉਹਦਾ ਪਰਿਵਾਰ ਵੀ ਬਦਲ ਜਾਂਦਾ ਹੁੰਦਾ ਹੈ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਮੰਨੇ ਪਰਿਵਾਰੇ ਸਾਧਾਰ। ਪਰਿਵਾਰ ਸੁਧਰ ਗਿਆ, ਅੱਖਾਂ ਸੁਧਰ ਗਈਆਂ, ਹੱਥ ਸੁਧਰ ਗਏ, ਮਨ ਸੁਧਰ ਗਿਆ, ਮੱਤ ਸੁਧਰ ਗਈ, ਸੁਰਤ ਸੁਧਰ ਗਈ, ਬੁੱਧ ਸੁਧਰ ਗਈ, ਬੜਾ ਕੁਝ ਸੁਧਰ ਜਾਂਦਾ।
ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ।